ਅਸੀਂ ਆਰਟੀਕਲ 19 ਪੜ੍ਹ ਰਹੇ ਸੀ ਜੀ। 19 ਦੇ ਤਹਿਤ ਦੇਸ਼ ਦੇ ਅੰਦਰ ਘੁੰਮਣ ਫਿਰਨ ਦੀ ਆਜ਼ਾਦੀ, ਰਾਈਟ ਟੂ ਫ੍ਰੀਲੀ ਮੂਵਮੈਂਟ ਇਨਸਾਈਡ ਦਾ ਕੰਟਰੀ, ਹੈ ਨਾ। ਆਰਟੀਕਲ 19 ਸਿਰਫ ਦੇਸ਼ ਦੇ ਅੰਦਰ ਘੁੰਮਣ ਫਿਰਨ ਦੀ ਆਜ਼ਾਦੀ ਨਾਲ ਸੰਬੰਧਿਤ ਹੈ। ਹੁਣ ਦੇਖੋ, ਅਸੀਂ ਘੁੰਮਣਾ ਫਿਰਨਾ ਜਾਂ ਤਾਂ ਦੇਸ਼ ਦੇ ਅੰਦਰ ਹੋ ਸਕਦਾ ਆ ਜਾਂ ਬਾਹਰ ਕਿਸੇ ਦੂਸਰੇ ਮੁਲਕ ਵਿੱਚ। ਇਹ ਤੁਸੀਂ ਯਾਦ ਰੱਖਣਾ ਕਿ ਆਰਟੀਕਲ 19 ਦੇਸ਼ ਦੇ ਅੰਦਰ ਘੁੰਮਣ ਫਿਰਨ ਦੀ ਆਜ਼ਾਦੀ ਨਾਲ ਸੰਬੰਧਿਤ ਹੈ। ਤਾਂ ਜੇ ਦੇਸ਼ ਤੋਂ ਬਾਹਰ ਜਾਣਾ ਹੋਵੇ, ਉਹ ਵਾਲਾ ਜਿਹੜਾ ਰਾਈਟ ਆ ਉਹ ਅੰਡਰ ਆਰਟੀਕਲ 21 ਦੇ ਤਹਿਤ ਆਉਂਦਾ ਆ, 21 ਦੇ ਅਧੀਨ ਆਉਂਦਾ ਹੈ। ਦੇਸ਼ ਤੋਂ ਬਾਹਰ ਜਾਣਾ ਅਤੇ ਵਾਪਸ ਆਉਣਾ ਆਰਟੀਕਲ 21 ਦੇ ਅਧੀਨ ਆਉਂਦਾ ਹੈ ਜਾਂ ਇਸ ਨਾਲ ਸੰਬੰਧਿਤ ਹੈ, ਅਰਥਾਤ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਆਰਟੀਕਲ 21 ਪੜਾਂਗੇ ਅੱਗੇ। ਅੱਛਾ ਜੀ, ਹੁਣ ਅਗਲਾ ਅਧਿਕਾਰ ਹੈ ਜੀ ਰਿਹਾਇਸ਼ ਦਾ ਅਧਿਕਾਰ, ਹਨ। ਕਿਤੇ ਜਾ ਕੇ ਰੈਜ਼ੀਡੈਂਸ, ਕਿਤੇ ਜਾ ਕੇ ਆਪਣੀ ਰਿਹਾਇਸ਼ ਬਸਾਉਣਾ, ਅੰਡਰ ਆਰਟੀਕਲ 19। ਆਰਟੀਕਲ 19 ਦੇ ਤਹਿਤ ਰਿਹਾਇਸ਼ ਦੀ ਆਜ਼ਾਦੀ ਦਾ ਅਧਿਕਾਰ। ਦੇਸ਼ ਦੇ ਖੇਤਰ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਅਤੇ ਵਸਣ, ਉੱਥੇ ਜਾ ਕੇ ਰਹਿਣਾ ਤਾਂ ਫਿਰ ਉੱਤੇ ਸੈਟਲ ਹੋ ਜਾਣਾ, ਰਿਜ਼ਾਈਡ ਐਂਡ ਸੈਟਲ ਦਾ ਹਰ ਨਾਗਰਿਕ ਦਾ ਅਧਿਕਾਰ ਹੈ। ਨਾਗਰਿਕ ਕੋਲ ਅਧਿਕਾਰ ਹੈ ਕਿ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਰਹਿ ਸਕਦਾ ਆ, ਉੱਥੇ ਵਸ ਸਕਦਾ ਹੈ। ਰਹਿਣ ਦਾ ਅਧਿਕਾਰ, ਇਹਦਾ ਮਤਲਬ ਹੁੰਦਾ ਜੀ ਕਿਸੇ ਵੀ ਥਾਂ ਤੇ ਅਸਥਾਈ ਤੌਰ ਤੇ ਰਹਿਣਾ, ਅਸਥਾਈ ਤੌਰ ਤੇ। ਤਾਂ ਜੇ ਪਰਮਾਨੈਂਟਲੀ ਰਹਿ ਜਾਈਏ, ਉੱਥੇ ਜਾ ਕੇ ਨਿਵਾਸ ਕਰ ਲਈਏ, ਉਹਨੂੰ ਕਹਿੰਦੇ ਜੀ ਸੈਟਲ ਹੋ ਜਾਣਾ, ਵਸ ਗਿਆ। ਸੈਟਲ ਹੋਣ ਦਾ ਅਧਿਕਾਰ, ਘਰ ਜਾਂ ਨਿਵਾਸ ਸਥਾਪਿਤ ਕਰਨਾ। ਅਸੀਂ ਕਹਿੰਦੇ ਨਾ ਕਿ ਡੋਮਿਸਾਈਲ ਸਰਟੀਫਿਕੇਟ ਲਿਆਓ, ਉਹ ਇਹੀ ਆ ਕਿ ਤੁਹਾਡਾ ਨਿਵਾਸ ਸਥਾਨ ਕਿਹੜਾ ਆ। ਜੇ ਘਰ ਬਣਾ ਲਿਆ ਤੁਸੀਂ, ਕਿਤੇ ਜਾ ਕੇ ਰਹਿਣ ਲੱਗ ਗਏ, ਉਹ ਹੋ ਗਏ ਜੀ ਸੈਟਲ ਹੋ ਗਏ। ਤਾਂ ਜੇ ਵੈਸੇ ਕਿਤੇ ਗਏ ਆ ਕੁਝ ਸਮੇਂ ਲਈ ਅਸਥਾਈ ਤੌਰ ਤੇ, ਉਹਨੂੰ ਕਹਿੰਦੇ ਜੀ ਰਿਹਾਇਸ਼, ਰਹਿਣ। ਠੀਕ ਹੈ ਜੀ, ਇਹ ਦੋਨੋਂ ਅਧਿਕਾਰ ਹੈ ਜੀ। ਇਸ ਤੇ ਰਾਜ ਦੁਆਰਾ ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਆਰਟੀਕਲ 19 ਦੇ ਤਹਿਤ ਜਿਹੜੇ ਅਧਿਕਾਰ ਆ ਉਹਦੇ ਉੱਤੇ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ, ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਕੌਣ ਲਗਾ ਸਕਦਾ? ਰਾਜ, ਸਟੇਟ। ਤੇ ਇਸ ਪਾਬੰਦੀਆਂ ਦੇ ਦੋ ਆਧਾਰ ਆ ਜੀ। ਇੱਕ ਤਾਂ ਜੀ ਆਮ ਜਨਤਾ ਦੇ ਹਿੱਤ, ਆਮ ਜਨਤਾ ਦੇ ਹਿੱਤ ਦਾ ਨੁਕਸਾਨ ਨਾ ਹੋਵੇ, ਤੇ ਦੂਸਰਾ ਕਿਸੇ ਵੀ ਅਨੁਸੂਚਿਤ ਕਬੀਲੇ ਦੀ ਹਿੱਤਾਂ ਦੀ ਸੁਰੱਖਿਆ ਰੱਖਣਾ, ਸ਼ੈਡਿਊਲ ਟ੍ਰਾਈਬ, ਸ਼ੈਡਿਊਲ ਟ੍ਰਾਈਬ ਦੇ ਹਿੱਤਾਂ ਦੀ ਸੁਰੱਖਿਆ ਰੱਖਣਾ। ਅੱਛਾ ਜੀ, ਅਗਲਾ ਹੈ ਜੀ ਪੇਸ਼ੇ ਦੀ ਆਜ਼ਾਦੀ, ਰਾਈਟ ਟੂ ਤੁਹਾਡਾ ਆਪਣਾ ਲਿਵਲੀਹੁੱਡ, ਲਿਵਲੀਹੁੱਡ ਤਾਂ ਨਹੀਂ ਕਵਾਂਗੇ ਇੱਥੇ ਹੈ ਜੀ, ਤੁਸੀਂ ਕੁਛ ਆਪਣਾ ਧੰਦਾ ਸ਼ੁਰੂ ਕਰਨਾ, ਕੋਈ ਵਪਾਰ ਕਰਨਾ, ਤੁਸੀਂ ਕਿਤੇ ਵੀ, ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹਿਆ ਘੁੰਮਣ ਫਿਰਨ ਦੀ, ਦੂਸਰਾ ਪੜ੍ਹਿਆ ਉੱਥੇ ਜਾ ਕੇ ਸੈਟਲ ਹੋਣ ਦੀ, ਤੀਸਰਾ ਹੈ ਕਿ ਸੈਟਲ ਹੋ ਕੇ ਆਪਣਾ ਵਪਾਰ ਵਗੈਰਾ ਕਰਨ ਦੀ, ਹੈ ਨਾ, ਪੇਸ਼ਾ ਕਰਨ ਦੀ, ਪ੍ਰੋਫੈਸ਼ਨ, ਟ੍ਰੇਡ, ਕਮਰਸ, ਇਹਨਾਂ ਦਾ ਵੀ ਅਧਿਕਾਰ ਹੈ ਜੀ। ਇਸ ਦੀ ਵੀ ਆਜ਼ਾਦੀ ਦਾ ਅਧਿਕਾਰ ਹੈ। ਹਰ ਨਾਗਰਿਕ ਦਾ ਅਧਿਕਾਰ ਹੈ ਕਿ ਉਹ ਕਿਸੇ ਪੇਸ਼ੇ ਦਾ ਅਭਿਆਸ ਕਰਨ ਜਾਂ ਕੋਈ ਕਿੱਤਾ, ਕੋਈ ਪੇਸ਼ਾ, ਕੋਈ ਕਿੱਤਾ, ਵਪਾਰ ਜਾਂ ਕਾਰੋਬਾਰ ਕਰ ਸਕਦਾ ਹੈ। ਇਹ ਉਹਦਾ ਅਧਿਕਾਰ ਹੈ। ਇਹ ਅਧਿਕਾਰ ਰੋਜੀ ਰੋਟੀ ਕਮਾਉਣ ਦੇ ਸਾਰੇ ਸਾਧਨਾਂ ਨੂੰ ਕਵਰ ਕਰਦਾ ਹੈ। ਇਸ ਦੇ ਅੰਤਰਗਤ ਤੁਸੀਂ ਰੋਜੀ ਰੋਟੀ ਕਮਾਉਣ ਲਈ ਕੀ ਕਰ ਸਕਦੇ ਹੋ, ਉਹ ਸਭ ਕੁਝ ਆਉਂਦਾ। ਪਰ ਇਹਦਾ ਮਤਲਬ ਇਹ ਨਹੀਂ ਵੀ ਚੋਰੀਆਂ ਕਰਨੀਆਂ, ਉਹ ਵੀ ਗੱਲ ਹੈਗੀ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤਾਂ ਰੋਜੀ ਰੋਟੀ ਕਮਾਉਂਦਾ, ਉਹ ਤਾਂ ਕ੍ਰਾਈਮ ਹੋ ਗਿਆ। ਆਮ ਤੌਰ ਤੇ ਲੀਗਲ ਜਿਹੜੇ ਮੈਥਡ ਆ ਰੋਜੀ ਰੋਟੀ ਕਮਾਉਣ ਦੇ ਸਾਧਨ ਆ, ਉਹ ਇਹਦੇ ਅੰਤਰਗਤ ਆ ਜਾਂਦੇ ਆ। ਰਾਜ ਇਹਨਾਂ ਉੱਤੇ ਵੀ ਵਾਜਬ ਪਾਬੰਦੀਆਂ ਲਗਾ ਸਕਦਾ ਹੈ। ਕਿਹੜੀਆਂ ਪਾਬੰਦੀਆਂ ਲਗਾ ਸਕਦਾ ਹੈ ਜੀ? ਆਧਾਰ ਹੈ ਜੀ ਆਮ ਜਨਤਾ ਦੇ ਹਿੱਤ ਵਿੱਚ, ਇਨ ਦਾ ਇੰਟਰਸਟ ਆਫ ਕਾਮਨ ਪੀਪਲ, ਆਮ ਜਨਤਾ ਦੇ ਹਿੱਤ ਵਿੱਚ ਇਹਨਾਂ ਉੱਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਤੇ ਰਾਜ, ਸਟੇਟ ਐਲੀਜੀਬਿਲਟੀਆਂ ਵੀ ਨਿਰਧਾਰਿਤ ਕਰ ਸਕਦਾ ਹੈ। ਜੇ ਤੁਸੀਂ ਕੋਈ ਵਪਾਰ ਕਰਨਾ ਆ, ਧੰਦਾ ਕਰਨਾ ਆ, ਪੇਸ਼ਾ ਕਰਨਾ ਆ, ਤਾਂ ਉਹਦੀਆਂ ਯੋਗਤਾਵਾਂ ਵੀ ਨਿਰਧਾਰਿਤ ਕੀਤੀਆਂ ਜਾ ਸਕਦੀਆਂ। ਉਹ ਖੁਦ ਵੀ ਕੁਝ ਵਪਾਰ ਧੰਦਾ ਕਰ ਸਕਦਾ ਹੈ। ਸਟੇਟ, ਸਰਕਾਰ, ਉਹ ਖੁਦ ਕਿਸੇ ਵੀ ਵਪਾਰ, ਕਾਰੋਬਾਰ, ਉਦਯੋਗ ਜਾਂ ਸਰਵਿਸ ਨੂੰ ਚਲਾ ਸਕਦਾ ਹੈ। ਦੇਖੋ ਨਾ, ਆਪਾਂ ਕੋਈ ਵਪਾਰ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਜਾਂ ਕੋਈ ਇੰਡਸਟਰੀ ਲਗਾ ਲਈ, ਜਾਂ ਕੋਈ ਸਰਵਿਸ ਪ੍ਰੋਵਾਈਡ ਕਰਦੇ ਹਾਂ। ਸਰਵਿਸ ਪ੍ਰੋਵਾਈਡ ਜਿਸ ਤਰ੍ਹਾਂ
ਟੂਰਿਸਟ ਹੁੰਦੇ ਆ, ਹੈ ਨਾ, ਟੂਰਿਜ਼ਮ ਇੰਡਸਟਰੀ ਆ, ਉਹ ਕੀ ਆ, ਸਰਵਿਸ ਸੈਕਟਰ ਆ, ਇਹ ਕੋਈ ਸਰਵਿਸ ਪ੍ਰੋਵਾਈਡ ਕਰਨੇ ਆ। ਇਹ ਸਾਰੀਆਂ ਗੱਲਾਂ ਕੀ ਆ, ਇਹ ਖੁਦ ਰਾਜ ਵੀ ਕਰ ਸਕਦਾ, ਉਹ ਖੁਦ ਵੀ ਇਹ ਗੱਲਾਂ ਕਰ ਸਕਦਾ, ਇਹ ਕੰਮ ਕਰ ਸਕਦਾ, ਤੇ ਇਹ ਵੀ ਕਹਿ ਸਕਦਾ ਕਿ ਇਹ ਕੰਮ ਪਰਟੀਕੂਲਰ ਜਿਹੜਾ ਕੰਮ ਆ ਉਹ ਪੂਰੀ ਦਾ ਪੂਰਾ ਮੈਂ ਕਰਾਂ, ਦੂਸਰਾ ਕੋਈ ਵੀ ਨਾ ਕਰੇ, ਜਾਂ ਇਹ ਕਹਿ ਸਕਦਾ ਕਿ ਇੰਨੇ ਕੁ % ਮੈਂ ਕਰਨਾ, ਬਾਕੀ % ਤੁਸੀਂ ਕਰੋ। ਇਹ ਪੂਰਾ ਜਾਂ ਅੰਸ਼ਕ ਨਾਗਰਿਕਾਂ ਨੂੰ ਕੱਢ ਵੀ ਸਕਦਾ ਹੈ ਵੀ ਇਹ ਨਾਗਰਿਕੋ ਵੀ ਤੁਸੀਂ ਇੰਨਾ ਕੁ % ਕੰਮ ਕਰ ਸਕਦੇ ਆ, ਜਾਂ ਤੁਸੀਂ ਆਹ ਵਾਲਾ ਕੰਮ ਬਿਲਕੁਲ ਨਹੀਂ ਕਰਨਾ, ਇਹ ਸਾਰਾ ਮੈਂ ਕਰਨਾ ਆ। ਉਹਨੂੰ ਕੀ ਕਹਿੰਦੇ ਜੀ, ਮੋਨੋਪੋਲੀ। ਸਰਕਾਰ ਚਾਹਵੇ ਤਾਂ ਆਪਣੀ ਮੋਨੋਪੋਲੀ ਵੀ ਲਿਆ ਸਕਦੀ ਆ, ਏਕਾਧਿਕਾਰ ਵੀ ਲਿਆ ਸਕਦੀ ਆ। ਏਕਾਧਿਕਾਰ ਮਤਲਬ ਮੋਨੋਪੋਲੀ, ਵੀ ਇਹ ਕੰਮ ਸਿਰਫ ਮੈਂ ਹੀ ਕਰਨਾ, ਕਿਸੇ ਹੋਰ ਨੇ ਨਹੀਂ ਕਰਨਾ। ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਜਿੱਦਾਂ ਰੇਲਵੇ ਆ, ਚਲੋ ਹੁਣ ਤਾਂ ਪ੍ਰਾਈਵੇਟ ਸੈਕਟਰ ਵਿੱਚ ਆ ਰਿਹਾ ਕਾਫੀ, ਪਹਿਲਾਂ ਰੇਲਵੇ ਉੱਤੇ ਸਰਕਾਰ ਦੀ ਮੋਨੋਪੋਲੀ ਹੁੰਦੀ ਸੀ, ਸਰਕਾਰ ਦਾ ਏਕਾਧਿਕਾਰ ਹੁੰਦਾ ਸੀ, ਕੋਈ ਹੋਰ ਨਹੀਂ ਰੇਲਵੇ ਦਾ ਜਿਹੜਾ ਉਦਯੋਗ ਵਗੈਰਾ ਜਾਂ ਕਾਰੋਬਾਰ ਆ ਚਲਾ ਸਕਦਾ ਸੀ, ਉਹ ਸਿਰਫ ਸਰਕਾਰ ਕਰ ਸਕਦੀ ਸੀ, ਸਰਕਾਰ ਦੀ ਉਹਦੇ ਉੱਤੇ ਮੋਨੋਪੋਲੀ ਸੀ। ਮੋਨੋਪੋਲੀ ਮੀਨ ਏਕਾਧਿਕਾਰ। ਅੱਛਾ ਜੀ, ਹੇਠਾਂ ਦਿੱਤੇ ਪੇਸ਼ੇ ਉਪਰੋਕਤ ਐਕਟ ਵਿੱਚ ਸ਼ਾਮਿਲ ਨਹੀਂ ਹਨ, ਠੀਕ ਹੈ ਨਾ। ਹਾਂ ਦੇਖੋ, ਆਹ ਪੇਸ਼ੇ ਜੋ ਅਸੀਂ ਉੱਤੇ ਪੜ੍ਹੇ, ਇਹ ਤੁਸੀਂ ਨਹੀਂ ਕੰਮ ਕਰ ਸਕਦੇ, ਤੁਸੀਂ ਆਹ ਵਾਲੇ ਕੰਮ ਨਹੀਂ ਕਰ ਸਕਦੇ, ਇਹ ਕਹਿ ਕੇ ਕਿ ਇਹ ਤਾਂ ਸਾਡਾ ਪੇਸ਼ਾ ਜੀ, ਇਹ ਤਾਂ ਸਾਡਾ ਰੁਜ਼ਗਾਰ ਆ ਜੀ, ਇਸ ਤਰ੍ਹਾਂ ਨਹੀਂ ਕਰ ਸਕਦੇ। ਕਿਹੜਾ ਕਿਹੜਾ ਦੇਖੋ ਜੀ, ਔਰਤਾਂ ਜਾਂ ਬੱਚਿਆਂ ਦੀ ਅਨੈਤਿਕ ਤਸਕਰੀ, ਇਮੋਰਲ ਟ੍ਰੈਫਿਕਿੰਗ। ਤੁਸੀਂ ਬੱਚਿਆਂ ਜਾਂ ਔਰਤਾਂ ਦੀ ਅਨੈਤਿਕ ਤਸਕਰੀ ਨਹੀਂ ਕਰ ਸਕਦੇ। ਤਸਕਰੀ ਕੀ ਹੁੰਦਾ ਜੀ, ਵੀ ਇਹਨਾਂ ਨੂੰ ਇੱਕ ਵਸਤੂ ਦੀ ਤਰ੍ਹਾਂ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਜਾ ਕੇ ਵੇਚਣਾ, ਤਸਕਰੀ ਨਹੀਂ ਕਰ ਸਕਦੇ ਤੁਸੀਂ। ਜਾਂ ਖਤਰਨਾਕ ਜਾਂ ਹਾਨੀਕਾਰਕ ਦਵਾਈਆਂ ਜਾਂ ਵਿਸਫੋਟਕ ਬਣਾਉਣਾ, ਵੇਚਣਾ, ਇਹ ਕੰਮ ਨਹੀਂ ਕਰ ਸਕਦੇ, ਵੀ ਕੋਈ ਹਾਨੀਕਾਰਕ ਦਵਾਈਆਂ ਬਣਾ ਕੇ ਤੁਸੀਂ ਵੇਚੀ ਜਾਓ, ਆਮ ਜਨਤਾ ਦਾ ਨੁਕਸਾਨ ਕਰੋ, ਜਾਂ ਵਿਸਫੋਟਕ ਪਦਾਰਥ ਬਣਾ ਕੇ ਵੇਚੀ ਜਾਓ ਤੇ ਕਹੋ ਕਿ ਦੇਖੋ ਜੀ ਸਾਡਾ ਤਾਂ ਰੁਜ਼ਗਾਰ ਆ, ਨਹੀਂ, ਇਸ ਤਰ੍ਹਾਂ ਨਹੀਂ ਕਰ ਸਕਦੇ। ਰਾਜ ਇਹਨਾਂ ਪੇਸ਼ਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦਾ ਹੈ ਜਾਂ ਲਾਇਸੈਂਸ ਰਾਹੀਂ ਇਹਨਾਂ ਨੂੰ ਨਿਯਮਿਤ ਕਰ ਸਕਦਾ ਹੈ। ਰਾਜ ਚਾਹੇ, ਸਟੇਟ ਚਾਹੇ ਤਾਂ ਇਹ ਪੇਸ਼ੇ ਇਹਨਾਂ ਉੱਤੇ ਕੰਪਲੀਟ ਪ੍ਰੋਹਿਬਿਸ਼ਨ, ਕੰਪਲੀਟ ਬੈਨ ਲਗਾ ਸਕਦਾ ਹੈ, ਪਾਬੰਦੀ ਲਗਾ ਸਕਦਾ ਹੈ, ਜਾਂ ਇਹ ਕਵੇ ਕਿ ਹਾਂ ਵੀ ਜੇ ਕਿਸੇ ਨੇ ਪਟਾਕੇ ਬਣਾਉਣੇ ਹੀ ਆ, ਜੇ ਕਿਸੇ ਨੇ ਕੁਝ ਖਾਸ ਤਰ੍ਹਾਂ ਦੀਆਂ ਦਵਾਈਆਂ ਬਣਾਉਣੀਆਂ ਹੀ ਹੈ ਤਾਂ ਉਹ ਸਾਡੇ ਕੋਲੋਂ ਪਹਿਲਾਂ ਲਾਇਸੈਂਸ ਲਵੇ ਤਾਂ ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਲਾਇਸੈਂਸ ਵਾਲੀ ਕੰਡੀਸ਼ਨ ਵੀ ਸਰਕਾਰ ਰੱਖ ਸਕਦੀ ਹੈ। ਅੱਗੇ ਦੇਖਦੇ ਹਾਂ ਜੀ, ਅੱਗੇ ਹੈ ਜੀ ਆਰਟੀਕਲ 20। ਹੁਣ ਅਸੀਂ ਆਰਟੀਕਲ 19 ਤੋਂ ਬਾਅਦ ਆਰਟੀਕਲ 20 ਪੜਾਂਗੇ। ਆਰਟੀਕਲ 20 ਕੀ ਕਹਿੰਦਾ ਜੀ, ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੇ ਸੰਬੰਧ ਵਿੱਚ ਸੁਰੱਖਿਆ। ਅੰਗਰੇਜ਼ੀ ਵਿੱਚ ਪੜ੍ਹੀਏ, ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਅਫੈਂਸਸ। ਮੰਨ ਲਓ ਕਿਸੇ ਅਪਰਾਧ ਦੇ ਲਈ ਤੁਹਾਨੂੰ ਕਨਵਿਕਟ ਮਤਲਬ ਦੋਸ਼ੀ ਠਹਿਰਾਇਆ ਜਾ ਰਿਹਾ ਆ, ਇਸ ਦੇ ਨਾਲ ਸੰਬੰਧਿਤ ਵੀ ਤੁਹਾਨੂੰ ਕੀ ਆ, ਪ੍ਰੋਟੈਕਸ਼ਨ ਹਾਸਲ ਆ। ਮੀਨ ਆਰਬਿਟਰੇਰੀ ਤੁਹਾਡੇ ਉੱਤੇ ਦੋਸ਼ ਆਰੋਪ ਨਹੀਂ ਕੀਤਾ ਜਾ ਸਕਦਾ, ਦੋਸ਼ੀ ਤੁਹਾਨੂੰ ਨਹੀਂ ਠਹਿਰਾਇਆ ਜਾ ਸਕਦਾ, ਇਸ ਸੰਬੰਧ ਵੀ ਤੁਹਾਨੂੰ ਪ੍ਰੋਟੈਕਸ਼ਨ ਹਾਸਲ ਆ। ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਅਫੈਂਸਸ, ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੇ ਸੰਬੰਧ ਵਿੱਚ ਸੁਰੱਖਿਆ, ਠੀਕ ਹੈ ਨਾ। ਮੰਨ ਲਓ ਕਿਸੇ ਨੂੰ ਦੋਸ਼ੀ ਠਹਿਰਾਇਆ ਆ, ਉਹਨੂੰ ਫੜ ਲਿਆ ਆ, ਉਹਦੇ ਨਾ ਮੀਨ ਉਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ, ਇਹਦੀ ਵੀ ਕੁਝ ਆਪਣੀ ਕੰਡੀਸ਼ਨ ਆ ਵੀ ਭਾਈ ਆਹ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ, ਸਾਨੂੰ ਪ੍ਰੋਟੈਕਸ਼ਨ ਆ ਪ੍ਰੋਪਰ। ਹੁਣ ਯਾਦ ਕਰੋ ਆਰਟੀਕਲ 20 ਤੇ 21 ਦੋ ਇਦਾਂ ਦੇ ਆਰਟੀਕਲ ਸੀ ਜਿਹੜੇ ਨੈਸ਼ਨਲ ਐਮਰਜੈਂਸੀ ਵੇਲੇ ਕੀ ਆ, ਸਥਗਿਤ ਨਹੀਂ ਹੁੰਦੇ ਸੀਗੇ। ਹੁਣ ਇਸ ਕਰਕੇ ਆਰਟੀਕਲ 20 ਤੇ 21 ਤੁਸੀਂ ਯਾਦ ਰੱਖਣੇ ਜ਼ਿਆਦਾ। ਇਹ ਆਰਟੀਕਲ ਜਾਂ ਧਾਰਾ ਦੋਸ਼ੀ ਵਿਅਕਤੀ ਨੂੰ ਮਨਮਾਨੀ ਅਤੇ ਬਹੁਤ ਜ਼ਿਆਦਾ ਸਜ਼ਾ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਵੀ ਕਿਸੇ ਉੱਤੇ ਦੋਸ਼ ਲਾਤਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਮਨਮਾਨੀ ਢੰਗ ਨਾਲ ਜਿੰਨੀ ਮਰਜ਼ੀ ਸਜ਼ਾ ਦੇ ਦਿਓ ਜਾਂ ਬਹੁਤ ਜ਼ਿਆਦਾ ਸਜ਼ਾ ਦੇ ਦਿਓ, ਇਸ ਪ੍ਰਤੀ ਵੀ ਇਹਦੇ ਕੋਲ ਕੀ ਆ, ਪ੍ਰੋਟੈਕਸ਼ਨ ਆ, ਠੀਕ ਹੈ ਜੀ। ਦੋਸ਼ੀ ਵਿਅਕਤੀ ਨਾਗਰਿਕ, ਵਿਦੇਸ਼ੀ ਜਾਂ ਕੋਈ ਹੋਰ ਕਾਨੂੰਨੀ ਵਿਅਕਤੀ ਜਿਵੇਂ ਕਿ ਕੰਪਨੀ ਜਾਂ ਕਾਰਪੋਰੇਸ਼ਨ ਵੀ ਹੋ ਸਕਦਾ ਹੈ। ਇਹ ਵੀ ਇੰਪੋਰਟੈਂਟ ਗੱਲ ਹੋ ਗਈ। ਵਿਅਕਤੀ ਵਿੱਚ ਨਾਗਰਿਕ ਵੀ ਸ਼ਾਮਿਲ ਆ, ਇਹ ਵਾਲਾ ਅਧਿਕਾਰ ਕਿਸੇ ਫੋਰਨਰ ਕੋਲ ਵੀ ਹੈਗਾ ਆ, ਤੇ ਜਾਂ ਕਿਸੇ ਹੋਰ ਬੋਡੀ ਜਿਸ ਤਰ੍ਹਾਂ ਕੋਈ ਕੰਪਨੀ ਹੋ ਜਾਏ ਜਾਂ ਕਾਰਪੋਰੇਸ਼ਨ ਹੋ ਜਾਏ, ਉਹਦੇ ਕੋਲ ਵੀ ਇਹ ਅਧਿਕਾਰ ਹੈ, ਠੀਕ ਹੈ ਜੀ। ਅੱਛਾ, ਹੁਣ ਇਹਦੇ ਅੰਤਰਗਤ ਅਸੀਂ 2-3 ਕੰਸੈਪਟ ਪੜ੍ਹਦੇ ਹਾਂ, 2-3 ਅਧਿਕਾਰ ਹੈ, ਉਹ ਦੇਖ ਲੈਂਦੇ ਹਾਂ ਜੀ। ਨੋ ਐਕਸ ਪੋਸਟ ਫੈਕਟੋ ਲਾਅ, ਰੱਟਾ ਮਾਰ ਲਓ, ਨੋ ਐਕਸ ਪੋਸਟ ਫੈਕਟੋ ਲਾਅ, ਕੋਈ ਸਾਬਕਾ ਪੋਸਟ ਫੈਕਟੋ ਕਾਨੂੰਨ ਨਹੀਂ। ਮਤਲਬ ਦੇਖੋ, ਇਹਦਾ ਮਤਲਬ ਆ ਕਿ ਦੰਡਾਂ ਨੂੰ ਪਿਛਲੀ ਤਾਰੀਖ ਤੋਂ ਲਾਗੂ ਕਰਨਾ। ਐਕਸ ਪੋਸਟ ਫੈਕਟੋ ਲਾ ਦਾ ਮਤਲਬ ਹੁੰਦਾ ਆ, ਕਾਨੂੰਨ ਦਾ ਮਤਲਬ ਹੁੰਦਾ ਅਜਿਹਾ ਕਾਨੂੰਨ ਜੋ ਬੈਕ ਡੇਟ ਤੋਂ ਲਾਗੂ ਹੁੰਦਾ ਆ,
ਜੋ ਦੰਡਾਂ ਨੂੰ ਪਿਛਲੀ ਤਾਰੀਖ ਤੋਂ ਲਾਗੂ ਕਰਦਾ ਹੈ। ਮੰਨ ਲਓ ਅੱਜ ਕਾਨੂੰਨ ਬਣਾ ਲਿਆ, ਅੱਛਾ ਇਹ ਯਾਦ ਰੱਖਣਾ ਤੁਸੀਂ, ਇਹ ਵਾਲਾ ਕਾਨੂੰਨ ਕ੍ਰਿਮੀਨਲ ਕੇਸਿਸ ਵਿੱਚ ਡੀਲ ਹੁੰਦਾ, ਕ੍ਰਿਮੀਨਲ ਕੇਸਿਸ ਲਈ। ਜਿੱਦਾਂ ਮੰਨ ਲਓ ਅੱਜ ਕਾਨੂੰਨ ਬਣ ਗਿਆ, ਠੀਕ, ਤੇ ਅਸੀਂ ਇਹ ਨਹੀਂ ਕਹਿ ਸਕਦੇ ਸੀਗੇ ਵੀ ਇਸ ਕਾਨੂੰਨ ਦੇ ਤਹਿਤ 10 ਸਾਲ ਪਹਿਲਾਂ ਆਹ ਬੰਦੇ ਨੇ ਆਹ ਅਪਰਾਧ ਕੀਤਾ ਤੇ ਉਹਨੂੰ ਫੜ ਲਓ। ਨਹੀਂ, ਅੱਜ ਕਾਨੂੰਨ ਬਣਿਆ ਆ ਤੇ ਕਾਨੂੰਨ ਬਣਨ ਤੋਂ ਬਾਅਦ ਜਿਹੜਾ ਬੰਦਾ ਉਸ ਦੇ ਤਹਿਤ ਦੋਸ਼ੀ ਹੁੰਦਾ ਨਾ, ਉਹਨੂੰ ਹੀ ਸਜ਼ਾ ਦੇਣੀ ਆ, ਠੀਕ। ਇਸ ਕਰਕੇ ਸਾਡੇ ਕੀ ਆ, ਨੋ ਐਕਸ ਪੋਸਟ ਫੈਕਟੋ ਲਾਅ ਆ। ਇਹ ਸ਼ਰਤ ਸਿਰਫ ਫੌਜਦਾਰੀ ਕਾਨੂੰਨਾਂ ਲਈ, ਮਤਲਬ ਕ੍ਰਿਮੀਨਲ ਲਾਅ, ਫੌਜਦਾਰੀ ਮਤਲਬ ਕ੍ਰਿਮੀਨਲ, ਫੌਜਦਾਰੀ ਕਾਨੂੰਨਾਂ ਲਈ ਹੈ, ਨਾ ਕਿ ਦੀਵਾਨੀ ਕਾਨੂੰਨਾਂ ਜਾਂ ਟੈਕਸ ਕਾਨੂੰਨਾਂ ਲਈ। ਦੀਵਾਨੀ ਕਾਨੂੰਨ ਕਿਹੜੇ ਹੁੰਦੇ ਜੀ? ਸਿਵਲ ਲਾਅ। ਦੇਖੋ ਨਾ, ਜਿਸ ਤਰ੍ਹਾਂ ਤੁਸੀਂ, ਤੁਹਾਡੇ ਘਰੇਲੂ ਮਸਲੇ ਆ, ਉਹ ਸਿਵਲ ਲਾਅ ਦੇ ਅੰਦਰ ਆਉਂਦੇ ਆ। ਤੁਸੀਂ ਟੈਕਸ ਦਿੱਤਾ, ਤੁਸੀਂ ਟੈਕਸ ਨਹੀਂ ਦਿੱਤਾ, ਤੁਸੀਂ ਕਰਪਸ਼ਨ ਕੀਤੀ, ਧੋਖਾਧੜੀ ਕੀਤੀ, ਇਸ ਤਰ੍ਹਾਂ ਦੀਆਂ ਗੱਲਾਂ ਸਿਵਲ ਲਾਅ ਵਿੱਚ ਆਉਂਦੀਆਂ। ਪਰ ਜਿਹੜੀਆਂ ਹੁੰਦੇ, ਜਿੱਦਾਂ ਮੰਨ ਲਓ ਕਿ ਕਿਸੇ ਨੂੰ ਜ਼ਖਮੀ ਕਰਤਾ, ਗੋਲੀ ਚਲਾਤੀ, ਕਤਲ ਕਰਤਾ, ਰੇਪ ਕਰਤਾ, ਹਨਾ, ਇਹ ਸਾਰੇ ਕੀ ਆ, ਫੌਜਦਾਰੀ ਕਾਨੂੰਨਾਂ ਚ ਆਉਂਦੇ ਆ। ਇਹ ਹੁੰਦੇ ਜੀ ਕ੍ਰਿਮੀਨਲ ਆਫੈਂਸਸ, ਕ੍ਰਿਮੀਨਲ ਆਫੈਂਸਸ, ਠੀਕ ਹੈ। ਤੇ ਹੁਣ ਜਿਹੜਾ ਅਸੀਂ ਲਾਅ ਪੜ੍ਹਿਆ ਆ, ਜਿਹੜਾ ਹੁਣ ਅਸੀਂ ਰੂਲ ਪੜ੍ਹਿਆ ਆ, ਉਹ ਫੌਜਦਾਰੀ ਕਾਨੂੰਨਾਂ ਲਈ ਹੈ, ਨਾ ਕਿ ਦੀਵਾਨੀ ਜਾਂ ਟੈਕਸ ਕਾਨੂੰਨਾਂ ਲਈ। ਇਹ ਵਿਵਸਥਾ ਸਿਰਫ ਦੋਸ਼ੀ ਠਹਿਰਾਉਣ ਜਾਂ ਸਜ਼ਾ ਤੇ ਰੋਕ ਲਗਾਉਂਦੀ ਹੈ, ਨਾ ਕਿ ਮੁਕੱਦਮੇ ਚਲਾਉਣ ਦੀ, ਨਾ ਕਿ ਮੁਕੱਦਮੇ ਚਲਾਉਣ ਉੱਤੇ। ਆ ਇੰਪੋਰਟੈਂਟ ਪੁਆਇੰਟ ਆ। ਕਿਸੇ ਨੂੰ ਦੋਸ਼ੀ ਠਹਿਰਾਉਣਾ ਜਾਂ ਉਸ ਤੇ ਸਜ਼ਾ, ਉਹਨੂੰ ਸਜ਼ਾ ਦੇਣੀ, ਇਹ ਕੀ ਹੈ, ਐਕਸ ਪੋਸਟ ਫੈਕਟੋ ਦੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ, ਠੀਕ ਹੈ। ਪਰ ਉਸ ਤੇ ਮੁਕੱਦਮਾ ਚਲਾਇਆ ਜਾ ਸਕਦਾ ਆ, ਟਰਾਇਲ, ਉਸ ਤੇ ਟਰਾਇਲ ਕੀਤਾ ਜਾ ਸਕਦਾ ਹੈ। ਟਰਾਇਲ ਮਤਲਬ ਉਸ ਤੇ ਮੁਕੱਦਮਾ ਚਲਾਉਣਾ, ਮੁਕੱਦਮਾ ਚਲਾਇਆ ਜਾ ਸਕਦਾ ਹੈ, ਠੀਕ। ਇਹ ਲਾਈਨ ਸਮਝ ਲਿਓ। ਇਹ ਵਿਵਸਥਾ ਸਿਰਫ ਦੋਸ਼ੀ ਠਹਿਰਾਉਣ ਜਾਂ ਸਜ਼ਾ ਤੇ ਰੋਕ ਲਗਾਉਣ ਨਾਲ ਸੰਬੰਧਿਤ ਹੈ, ਨਾ ਕਿ ਮੁਕੱਦਮੇ ਚਲਾਉਣ ਉੱਤੇ। ਮੁਕੱਦਮਾ ਚਲਾਇਆ ਜਾ ਸਕਦਾ, ਕੋਈ ਪਿਛਲਾ ਕੇਸ ਨਿਕਲਿਆ ਤਾਂ ਮੁਕੱਦਮਾ ਚਲਾਇਆ ਜਾ ਸਕਦਾ। ਇਸ ਅਧਿਕਾਰ ਦੇ ਤਹਿਤ ਕੋਈ ਵਿਅਕਤੀ, ਹਨਾ, ਬਚਾਅ, ਨਜ਼ਰਬੰਦੀ ਜਾਂ ਸੁਰੱਖਿਆ ਦੀ ਮੰਗ ਕਰਨ ਦੇ ਮਾਮਲੇ ਵਿੱਚ ਸੁਰੱਖਿਆ ਲੈਣ ਦਾ ਦਾਅਵਾ ਨਹੀਂ ਕਰ ਸਕਦਾ। ਇਹਨੂੰ ਤੁਸੀਂ ਅੰਗਰੇਜ਼ੀ 'ਚ ਪੜ੍ਹੀਏ। Under this right, one cannot claim protection in case of preventive detention or demanding security. ਦੇਖੋ ਨਾ, ਸਾਨੂੰ ਆਰਟੀਕਲ 20 ਦੇ ਤਹਿਤ ਪ੍ਰੋਟੈਕਸ਼ਨ ਹਾਸਲ ਆ, ਕਿਹਦੇ ਅਗੇਂਸਟ, ਵੀ ਕਿਸੇ ਵੀ ਅਪਰਾਧ ਦੇ ਪ੍ਰਤੀ ਕਨਵਿਕਸ਼ਨ, ਵੀ ਸਾਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਆਰਬਿਟਰੇਰੀਲੀ। ਪਰ ਇਹ ਵਾਲੀ ਪ੍ਰੋਟੈਕਸ਼ਨ ਹੈ ਨਾ, ਇਹ ਹੈ, ਇਹਦਾ ਯੂਜ਼ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਕੀ ਆ, ਪ੍ਰੀਵੈਂਟਿਵ ਡਿਟੈਂਸ਼ਨ ਨਾ ਕਰੋ, ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ, ਮੈਨੂੰ ਖਤਰਾ ਆ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਤੁਸੀਂ ਕਹਿ ਸਕਦੇ। ਪ੍ਰੀਵੈਂਟਿਵ ਡਿਟੈਂਸ਼ਨ, ਆਹ ਜਿਹੜਾ ਸ਼ਬਦ ਆ ਨਾ, ਬਚਾਅ, ਨਜ਼ਰਬੰਦੀ। ਦੇਖੋ ਹੁਣ ਮੰਨ ਲਓ ਕਿ ਹੁਣ ਅਸੀਂ ਅੱਗੇ ਪੜ੍ਹਾਂਗੇ ਵੀ ਸਰਕਾਰ ਕੋਲ ਇਸ ਤਰ੍ਹਾਂ ਦੇ ਪਾਵਰ ਹੁੰਦੀ ਆ ਕਿ ਉਹ ਕਿਸੇ ਬੰਦੇ ਨੂੰ ਜੇਲ੍ਹ 'ਚ ਪਾ ਸਕਦਾ ਪ੍ਰੀਵੈਂਟਿਵ ਗਰਾਊਂਡ ਤੇ ਹੀ, ਚਾਹੇ ਕਿਸੇ ਉੱਤੇ ਕੋਈ ਦੋਸ਼ ਸਾਬਿਤ ਨਹੀਂ ਹੋਇਆ, ਪਰ ਸ਼ੱਕ ਦੇ ਬਿਨਾਂ ਤੇ ਹੀ ਕਦੀ ਕਦੀ ਉਹਨੂੰ ਜੇਲ੍ਹ ਵਿੱਚ ਪਾਇਆ ਜਾ ਸਕਦਾ। ਉਹਨੂੰ ਕਹਿੰਦੇ ਜੀ ਪ੍ਰੀਵੈਂਟਿਵ ਡਿਟੈਂਸ਼ਨ, ਵੀ ਸਾਨੂੰ ਡਰ ਆ ਕਿ ਅੱਗੇ ਜਾ ਕੇ ਇਸ ਬੰਦੇ ਨੇ ਕੋਈ ਗੜਬੜ ਕਰ ਦੇਣੀ ਆ, ਤੇ ਪ੍ਰੀਵੈਂਟਿਵ ਡਿਟੈਂਸ਼ਨ ਵਾਲਾ ਕਾਨੂੰਨ ਲਾ ਕੇ ਇਸ ਬੰਦੇ ਨੂੰ ਡਿਟੇਨ ਕਰ ਦਿਓ, ਜੇਲ੍ਹ 'ਚ ਪਾ ਦਿਓ। ਹੁਣ ਇੱਥੇ ਇਹ ਗੱਲ ਆਉਂਦੀ ਆ ਕਿ ਅਸੀਂ ਆ ਜਿਹੜਾ ਲਾਅ ਪੜ੍ਹਦੇ ਪਏ ਆ, ਆਪਣਾ ਆਰਟੀਕਲ ਪੜ੍ਹਦੇ ਪਏ ਆ 20, ਇਸ ਦੇ ਤਹਿਤ ਸਾਨੂੰ ਸੁਰੱਖਿਆ ਆ, ਸਾਨੂੰ ਕੁਝ ਪ੍ਰੋਟੈਕਸ਼ਨ ਆ, ਬਸ ਉਸ ਪ੍ਰੋਟੈਕਸ਼ਨ ਦਾ ਬਹਾਨਾ ਲੈ ਕੇ ਅਸੀਂ ਪ੍ਰੋਟੈਕਟਿਵ ਡਿਟੈਂਸ਼ਨ ਤੋਂ ਨਹੀਂ ਬਚ ਸਕਦੇ, ਜਾਂ ਆਪਾਂ ਸਟੇਟ ਕੋ ਸੁਰੱਖਿਆ ਲੈਣ ਦਾ ਦਾਅਵਾ ਨਹੀਂ ਕਰ ਸਕਦੇ। ਠੀਕ ਆ, ਸਾਨੂੰ ਅਧਿਕਾਰ ਪ੍ਰਾਪਤ ਆ ਕਈ ਪ੍ਰਕਾਰ ਦੇ, ਪਰ ਅਸੀਂ ਆਹ ਚੀਜ਼ਾਂ ਉਹਦੇ ਵਿੱਚ ਨਹੀਂ ਆਉਂਦੀਆਂ। Under this right, one cannot claim protection in case of preventive detention or demanding security. ਅਸੀਂ ਸਰਕਾਰ ਕੋਲੋਂ ਸਿਕਿਉਰਿਟੀ ਦੀ ਮੰਗ ਨਹੀਂ ਕਰ ਸਕਦੇ ਇਸ ਤਹਿਤ ਦੇ ਤਹਿਤ। ਅੱਛਾ ਜੀ, ਇਸ ਐਕਟ ਦੇ ਤਹਿਤ ਜੇਕਰ ਕੋਈ ਕੰਮ ਗੈਰ ਕਾਨੂੰਨੀ ਹੈ, ਭਾਵ ਇਹ ਮੌਜੂਦਾ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਹੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਉਹੀ ਗੱਲ ਜੋ ਅਸੀਂ ਪਹਿਲਾਂ ਪੜ੍ਹੀ ਵੀ ਅੱਜ ਕਾਨੂੰਨ ਬਣਿਆ,
ਅੱਜ ਦੇ ਸਮੇਂ ਪ੍ਰੈਜ਼ੈਂਟ ਸਮੇਂ ਜੋ ਕਾਨੂੰਨ ਹੈ ਉਸ ਹਿਸਾਬ ਨਾਲ ਜੇ ਕੋਈ ਕੰਮ ਗੈਰ ਕਾਨੂੰਨੀ ਹੈ ਤਾਂ ਹੀ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਠੀਕ, ਇਹ ਨਹੀਂ ਕਿ ਕਾਨੂੰਨ ਬਣਨ ਤੋਂ ਬੈਕ ਡੇਟ ਦੇ ਉੱਤੇ ਤੁਸੀਂ ਉਹਨੂੰ ਦੋਸ਼ੀ ਠਹਿਰਾਓ। ਕਿਸੇ ਅਪਰਾਧ ਲਈ ਸਜ਼ਾ ਉਸ ਕਾਨੂੰਨ ਦੁਆਰਾ ਨਿਰਧਾਰਿਤ ਜੁਰਮਾਨੇ ਤੋਂ ਵੱਧ ਨਹੀਂ ਹੋ ਸਕਦੀ ਜੋ ਜੁਰਮ ਕਰਨ ਸਮੇਂ ਲਾਗੂ ਸੀ। ਇਹ ਵੀ ਗੱਲ ਹੈ। ਇੱਕ ਤਾਂ ਜੋ ਪ੍ਰੈਜ਼ੈਂਟ ਵਿੱਚ ਕਾਨੂੰਨ ਆ ਉਸ ਹਿਸਾਬ ਨਾਲ ਹੀ ਦੋਸ਼ੀ ਠਹਿਰਾਉਣਾ ਆ, ਇੱਕ ਗੱਲ। ਤੇ ਦੂਸਰੀ ਗੱਲ ਇਹ ਆ ਕਿ ਜੋ ਸਜ਼ਾ ਕਾਨੂੰਨ ਦੇ ਹਿਸਾਬ ਨਾਲ ਹੈ ਉਸ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਸ ਸਮੇਂ ਕਾਨੂੰਨ ਵਿੱਚ ਜੋ ਸਜ਼ਾ ਸੀ ਉਸ ਸਜ਼ਾ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਦੋ ਗੱਲਾਂ ਯਾਦ ਰੱਖਿਓ। ਅੱਛਾ ਜੀ, ਇਸੇ ਆਰਟੀਕਲ ਤਹਿਤ ਇੱਕ ਹੋਰ ਅਧਿਕਾਰ ਆ ਜੀ, ਕੋਈ ਦੋਹਰਾ ਖਤਰਾ ਨਹੀਂ। ਇਹ ਤੁਸੀਂ ਕਨਫਿਊਜ਼ ਹੋ ਜਾਣਾ, ਇਹਨੂੰ ਅੰਗਰੇਜ਼ੀ 'ਚ ਪੜ੍ਹਦੇ ਆ ਨੋ ਡਬਲ ਜਿਓਪਾਰਡੀ। ਕੋਈ ਦੋਹਰਾ ਖਤਰਾ ਨਹੀਂ, ਇਹਦਾ ਮਤਲਬ ਆ ਜੇ ਤੁਸੀਂ ਇੱਕ ਜੁਰਮ ਕੀਤਾ ਨਾ ਤਾਂ ਇੱਕ ਜੁਰਮ ਦੀ ਸਜ਼ਾ ਇੱਕ ਵਾਰ ਹੀ ਮਿਲਣੀ ਆ। ਇੱਕੋ ਜੁਰਮ ਲਈ ਮੁਕੱਦਮਾ ਅਤੇ ਸਜ਼ਾ ਇੱਕ ਵਾਰ ਤੋਂ ਵੱਧ ਨਹੀਂ ਹੋ ਸਕਦੀ। ਇੱਕੋ ਜੁਰਮ ਲਈ ਕਿਸੇ ਖਿਲਾਫ ਤੁਸੀਂ ਮੁਕੱਦਮਾ ਚਲਾਉਣਾ ਆ ਤਾਂ ਇੱਕ ਵਾਰ ਹੀ ਚਲਾ ਸਕਦੇ ਆ, ਉਸ ਨੂੰ ਸਜ਼ਾ ਦੇਣੀ ਆ ਤਾਂ ਇੱਕ ਵਾਰ ਹੀ ਸਜ਼ਾ ਦੇ ਸਕਦੇ ਆ। ਉਹਨੂੰ ਵਾਰ-ਵਾਰ ਇੱਕ ਤੋਂ ਵੱਧ ਵਾਰ ਨਹੀਂ ਉਹਨੂੰ ਸਜ਼ਾ ਦਿੱਤੀ ਜਾ ਸਕਦੀ। ਇਹ ਸੁਰੱਖਿਆ ਸਿਰਫ ਕਾਨੂੰਨ ਦੀ ਅਦਾਲਤ ਜਾਂ ਨਿਆਇਕ ਟ੍ਰਿਬਿਊਨਲ ਅੱਗੇ ਕਾਰਵਾਈਆਂ ਲਈ ਉਪਲਬਧ ਹੈ। This protection is only available for proceedings before a court of law। ਮਤਲਬ ਜੇ ਤਾਂ ਅਦਾਲਤਾਂ ਵਿੱਚ ਮੁਕੱਦਮਾ ਚੱਲਦਾ ਹੈ ਉਸ ਲਈ, ਤੇ ਜਾਂ ਕੋਈ ਜੁਡੀਸ਼ੀਅਲ ਟ੍ਰਿਬਿਊਨਲ ਵਿੱਚ ਕੇਸ ਚੱਲਦਾ ਹੈ ਉਸ ਲਈ, ਉਸ ਨਾਲ ਸੰਬੰਧਿਤ ਹੈ। ਪਰ ਜੇ ਕਿਤੇ ਐਡਮਿਨਿਸਟ੍ਰੇਟਿਵ ਪ੍ਰਸ਼ਾਸਨਿਕ ਕਾਰਵਾਈ ਹੁੰਦੀ ਆ, ਹੁਣ ਤੁਸੀਂ ਦੇਖੋਗੇ ਨਾ ਕਿ ਜਿੱਦਾਂ ਹੁਣ ਕੋਈ ਡਿਪਾਰਟਮੈਂਟ ਆ, ਡਿਪਾਰਟਮੈਂਟ ਦੇ ਵੀ ਆਪਣੇ ਕਾਨੂੰਨ ਹੁੰਦੇ ਆ, ਠੀਕ ਹੈ ਨਾ, ਉਹਨਾਂ ਦੀ ਵੀ ਆਪਣੀਆਂ ਪ੍ਰੋਸੀਡਿੰਗ ਚੱਲਦੀਆਂ ਆ। ਮੰਨ ਲਓ ਕਿਸੇ ਨੇ ਸਹੀ ਢੰਗ ਨਾਲ ਸਰਵਿਸ ਨਹੀਂ ਦਿੱਤੀ, ਕਿਸੇ ਨੇ ਬਦਤਮੀਜ਼ੀ ਕੀਤੀ, ਤਾਂ ਡਿਪਾਰਟਮੈਂਟ ਦੇ ਆਪਣੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਤੇ ਉਹਨਾਂ ਦੀ ਆਪਣੇ ਹਿਸਾਬ ਨਾਲ ਕੇਸ ਚੱਲਦੇ ਆ। ਤਾਂ ਇਹ ਜਿਹੜੀ ਗੱਲ ਆ ਨਾ, ਉਹ ਜਿਹੜਾ ਆਪਾਂ ਨੋ ਡਬਲ ਜਿਓਪਾਰਡੀ ਪੜ੍ਹਿਆ, ਇਹ ਕੋਰਟ ਵਿੱਚ ਕੇਸ ਚੱਲੇ ਜਾਂ ਟ੍ਰਿਬਿਊਨਲ ਵਿੱਚ ਕੇਸ ਚੱਲੇ, ਜੁਡੀਸ਼ੀਅਲ ਟ੍ਰਿਬਿਊਨਲ ਵਿੱਚ ਕੇਸ ਚੱਲੇ, ਉੱਥੇ ਹੀ ਪ੍ਰੋਟੈਕਸ਼ਨ, ਉੱਥੇ ਹੀ ਇਹ ਵਾਲਾ ਅਧਿਕਾਰ ਹੈ। ਪਰ ਇਹ ਡਿਪਾਰਟਮੈਂਟਲ ਜਾਂ ਐਡਮਿਨਿਸਟ੍ਰੇਟਿਵ ਅਥਾਰਟੀ ਉਹਨਾਂ ਦੇ ਸਾਹਮਣੇ ਕਾਰਵਾਈ ਵਿੱਚ ਉਪਲਬਧ ਨਹੀਂ ਹੈ। ਇਹ ਅਧਿਕਾਰ ਵਿਭਾਗੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਕਾਰਵਾਈ ਵਿੱਚ ਉਪਲਬਧ ਨਹੀਂ ਹੈ। ਵਿਭਾਗੀ ਮਤਲਬ ਡਿਪਾਰਟਮੈਂਟਲ। ਕਿਸੇ ਡਿਪਾਰਟਮੈਂਟ ਵਿੱਚ ਕੋਈ ਪ੍ਰੋਸੀਡਿੰਗ ਚੱਲਦੀ ਪਈ ਆ, ਮੈਂ ਦੱਸਿਆ ਵੀ ਕਿਸੇ ਬੰਦੇ ਉੱਤੇ ਕਰਪਸ਼ਨ ਦਾ ਜੋ ਦੋਸ਼ ਆ, ਜਾਂ ਉਹਨਾਂ ਦੇ ਆਪਣੇ ਦਫ਼ਤਰ ਵਿੱਚ ਕੋਈ ਕਿਸੇ ਨੇ ਕਿਸੇ ਨਾਲ ਬਦਤਮੀਜ਼ੀ ਕੀਤੀ, ਕਿਸੇ ਨੇ ਕੋਈ ਰੂਲ ਤੋੜਿਆ, ਤੇ ਉਹ ਜਿਹੜੀਆਂ ਪ੍ਰੋਸੀਡਿੰਗਸ ਆ ਜਾਂ ਕੋਈ ਐਡਮਿਨਿਸਟ੍ਰੇਟਿਵ ਅਥਾਰਟੀ ਦੇ ਅੱਗੇ ਜੋ ਪ੍ਰੋਸੀਡਿੰਗਸ ਆ, ਹੈ ਨਾ, ਉੱਥੇ ਕੇਸ ਚੱਲਦਾ, ਤੇ ਉੱਥੇ ਇਹ ਵਾਲੀ ਜੋ ਅਸੀਂ ਪ੍ਰੋਟੈਕਸ਼ਨ ਪੜ੍ਹੀ ਨੋ ਡਬਲ ਜਿਓਪਾਰਡੀ ਵਾਲੀ, ਉਹ ਵਾਲੀ ਪ੍ਰੋਟੈਕਸ਼ਨ ਹਾਸਲ ਨਹੀਂ ਆ। ਇਹ ਵਾਲਾ ਅਧਿਕਾਰ ਵਿਭਾਗੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਕਾਰਵਾਈ ਲਈ ਉਪਲਬਧ ਨਹੀਂ ਹੈ। ਠੀਕ ਹੈ ਜੀ। ਇਸ ਦੇ ਤਹਿਤ ਇੱਕ ਹੋਰ ਆ ਜੀ ਇੱਕ ਹੋਰ ਆ ਜੀ ਅਧਿਕਾਰ। ਦੇਖੋ ਅਸੀਂ ਆਰਟੀਕਲ 20 ਪੜ੍ਹਦੇ ਪਏ ਹਾਂ, ਉਸ ਆਰਟੀਕਲ 20 ਦੇ ਤਹਿਤ ਅਸੀਂ ਕੁਛ ਅਧਿਕਾਰ ਪੜ੍ਹਦੇ ਪਏ ਹਾਂ। ਕੋਈ ਸਵੈ ਦੋਸ਼ ਨਹੀਂ, ਵੀ ਮੈਂ ਕੋਈ ਬੰਦਾ ਆਪਣੇ ਖਿਲਾਫ ਆਪਣੇ ਉੱਤੇ ਦੋਸ਼ ਨਹੀਂ ਲਾ ਸਕਦਾ। ਕਿਸੇ ਦੋਸ਼ੀ ਨੂੰ ਆਪਣੇ ਵਿਰੁੱਧ ਗਵਾਹ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਹੈ, ਜੇ ਕਿਸੇ ਤੇ ਦੋਸ਼ ਲੱਗਾ ਆ ਤੇ ਉਹਨੂੰ ਆਪਣੇ ਵਿਰੁੱਧ ਗਵਾਹ ਨਹੀਂ ਬਣਾਇਆ ਜਾ ਸਕਦਾ। ਕਿਸੇ ਦੋਸ਼ੀ ਨੂੰ ਆਪਣੇ ਵਿਰੁੱਧ ਗਵਾਹ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਕੋਈ ਸਵੈ ਦੋਸ਼ ਨਹੀਂ। ਠੀਕ ਹੈ ਜੀ, ਓਕੇ ਜੀ। ਇਹ ਸੁਰੱਖਿਆ ਇਸ ਅਧਿਕਾਰ ਤਹਿਤ, ਠੀਕ ਹੈ ਨਾ, ਸਵੈ ਦੋਸ਼ ਦੀ ਅਸੀਂ ਗੱਲ ਕਰਦੇ ਹਾਂ। ਇਹ ਸੁਰੱਖਿਆ ਮੌਖਿਕ ਸਬੂਤ ਅਤੇ ਦਸਤਾਵੇਜ਼ੀ ਸਬੂਤ ਦੋਵਾਂ ਲਈ ਉਪਲਬਧ ਹੈ। ਵੀ ਅਸੀਂ ਉਸ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਬੋਲ ਕੇ ਆਹ ਗੱਲ ਕਹਿ, ਅਸੀਂ ਉਸ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਆਹ ਦਸਤਾਵੇਜ਼ੀ ਸਬੂਤ ਸਾਨੂੰ ਆਪਣੇ ਖਿਲਾਫ ਦੇ। ਪਰ ਇਹ ਪ੍ਰੋਟੈਕਸ਼ਨ ਆਹ ਚੀਜ਼ਾਂ ਲਈ ਉਪਲਬਧ ਨਹੀਂ ਹੈ। ਇਹ ਸੁਰੱਖਿਆ ਇਹਨਾਂ ਲਈ ਉਪਲਬਧ ਨਹੀਂ ਹੈ। ਕਿਹਨਾਂ ਲਈ? ਅਸੀਂ ਪੜ੍ਹ ਲੈਂਦੇ ਜੀ। ਖੂਨ ਦੇ ਨਮੂਨੇ, ਇਹ ਵਾਲੇ ਪੁਆਇੰਟ ਪੁੱਛੇ ਗਏ ਜੀ, ਐਗਜ਼ਾਮ ਵਿੱਚ ਪੁੱਛੇ ਗਏ ਆ ਵੀ ਕੀ ਅਸੀਂ ਕਿਸੇ ਅਪਰਾਧੀ ਨੂੰ ਜਾਂ ਕਿਸੇ ਬੰਦੇ ਨੂੰ ਜਦੋਂ ਕੇਸ ਚੱਲਦਾ ਆ, ਅਸੀਂ ਕਹਿ ਸਕਦੇ ਹਾਂ ਜਾਂ ਕਿਸੇ ਅਪਰਾਧੀ ਨੂੰ ਕਹਿ ਸਕਦੇ ਹਾਂ ਕਿ ਤੂੰ ਆਪਣਾ ਖੂਨ ਦਾ ਨਮੂਨਾ ਦੇ, ਉਹਨੂੰ ਕੀ ਵਿਵਸ਼ ਕਰ ਸਕਦੇ ਹਾਂ, ਕਿ ਉਸ ਨੂੰ ਮਜਬੂਰ ਕਰ ਸਕਦੇ ਹਾਂ? ਯੈਸ,
ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਖੂਨ ਦਾ ਨਮੂਨਾ ਦੇ, ਤੂੰ ਆਪਣਾ ਅੰਗੂਠਾ ਦਾ ਨਿਸ਼ਾਨ ਦੇ, ਤੂੰ ਆਪਣੇ ਸਾਈਨ ਦਾ ਸੈਂਪਲ ਦੇ, ਨਮੂਨੇ ਦੇ ਦਸਤਖਤ ਦੇਣ ਦੀ ਮਜਬੂਰੀ ਕਰ ਸਕਦੇ ਹਾਂ। ਪਦਾਰਥਕ ਵਸਤੂਆਂ ਦਾ ਲਾਜ਼ਮੀ ਉਤਪਾਦਨ, ਵੀ ਉਹਦੇ ਕੋਲ ਕੋਈ ਚੀਜ਼ ਹੈ, ਡਾਇਰੀ ਆ, ਕੁਝ ਹੋਰ ਸਬੂਤ ਆ, ਅਸੀਂ ਕਹਿ ਸਕਦੇ ਹਾਂ ਪੇਸ਼ ਕਰ, ਅਸੀਂ ਉਸ ਨੂੰ ਮਜਬੂਰ ਕਰ ਸਕਦਾ ਹੈ, ਸਿਸਟਮ ਉਸ ਨੂੰ ਮਜਬੂਰ ਕਰ ਸਕਦਾ ਹੈ, ਸਟੇਟ ਮਜਬੂਰ ਕਰ ਸਕਦਾ ਹੈ ਕਿ ਹਾਂ ਵੀ ਆਹ ਜਿਹੜਾ ਵਸਤੂ ਆ ਉਹ ਲਿਆ ਸਾਡੇ ਸਾਹਮਣੇ ਪੇਸ਼ ਕਰ। ਅਤੇ ਸਰੀਰ ਦੀ ਲਾਜ਼ਮੀ ਪ੍ਰਦਰਸ਼ਨੀ, ਇਹ ਵੀ ਪ੍ਰਸ਼ਨ ਆਇਆ ਹੋਇਆ ਕਿ ਪ੍ਰਦਰਸ਼ਨੀ ਮੀਨ ਕਿ ਉਹਦਾ ਬੋਡੀ ਚੈੱਕ ਕੀਤਾ ਜਾ ਸਕਦਾ, ਉਹਦੀ ਤਲਾਸ਼ੀ ਲਈ ਜਾ ਸਕਦੀ ਹੈ, ਯੈਸ ਲਈ ਜਾ ਸਕਦੀ ਆ, ਠੀਕ, ਇਹ ਗੱਲਾਂ ਹੈ। ਇਹ ਸੁਰੱਖਿਆ ਕੇਵਲ ਫੌਜਦਾਰੀ ਕਾਰਵਾਈਆਂ ਲਈ ਹੈ, ਨਾ ਕਿ ਦੀਵਾਨੀ ਕਾਰਵਾਈਆਂ ਲਈ। ਫਿਰ ਉਹੀ ਗੱਲ ਆ ਗਈ ਆਪਣੀ ਮੇਨ, ਕ੍ਰਿਮੀਨਲ ਪ੍ਰੋਸੀਡਿੰਗਸ ਲਈ ਹੈ ਜੀ ਇਹ ਪ੍ਰੋਟੈਕਸ਼ਨ ਜਿਹੜਾ ਅਸੀਂ ਪੜ੍ਹਿਆ, ਇਹ ਸਿਵਲ ਪ੍ਰੋਸੀਡਿੰਗਸ ਲਈ ਨਹੀਂ ਹੈ। ਸਿਵਲ ਪ੍ਰੋਸੀਡਿੰਗ ਚੱਲ ਰਹੀ ਹੈ ਤਾਂ ਉਸ ਨੂੰ ਤਦ ਇਹ ਵਾਲੀ ਜਿਹੜੀ ਪ੍ਰੋਟੈਕਸ਼ਨ ਆ ਅੰਡਰ ਆ ਹੈ ਜੀ, ਕੋਈ ਸਵੈ ਦੋਸ਼ ਵਾਲੀ ਪ੍ਰੋਟੈਕਸ਼ਨ ਹਾਸਲ ਨਹੀਂ ਹੈ, ਠੀਕ ਹੈ ਜੀ। ਓਕੇ ਜੀ, ਆ ਅੰਗਰੇਜ਼ੀ 'ਚ ਲਿਖਿਆ ਜੀ, ਆ ਦੇਖੋ, ਕੰਪਲਸਰੀ ਐਗਜ਼ੀਬਿਸ਼ਨ ਆਫ ਬੋਡੀ, ਉਹਦੇ ਸਰੀਰ ਦੀ ਤਲਾਸ਼ੀ ਲੈਣੀ। ਇੱਥੇ ਲਾਜ਼ਮੀ ਪ੍ਰਦਰਸ਼ਨੀ ਨਹੀਂ ਕਹਿਣਾ, ਲਾਜ਼ਮੀ ਤਲਾਸ਼ੀ ਕਹਿ ਲਓ ਜੀ, ਇੱਥੇ ਤਲਾਸ਼ੀ ਸਹੀ ਰਹੇਗਾ, ਤਲਾਸ਼ੀ। ਓਕੇ, ਅੱਗੇ ਦੇਖਦੇ ਹਾਂ ਜੀ। ਅਗਲਾ ਹੈ ਜੀ ਆਰਟੀਕਲ 21, ਇਹ ਬਹੁਤ ਇੰਪੋਰਟੈਂਟ ਆਰਟੀਕਲ ਆ, ਇਸ ਤੇ ਨਿਰੰਤਰ ਪ੍ਰਸ਼ਨ ਪੁੱਛੇ ਜਾ ਰਹੇ ਆ। ਇਹਦਾ ਮਤਲਬ ਵੀ ਕਾਫੀ ਬਰੋਡ ਨਿਕਲਦਾ ਆ, ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਸੁਰੱਖਿਆ, ਲਾਈਫ ਐਂਡ ਪਰਸਨਲ ਲਿਬਰਟੀ, ਠੀਕ ਹੈ ਨਾ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਇਹ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।